ਗੁੱਡ ਮਾਰਨਿੰਗ ਸਟੂਡੈਂਟਸ। ਡੇ 5 ਦੇ ਵਿੱਚ ਮੈਂ ਜਿਹੜਾ ਚੈਪਟਰ ਕਵਰ ਕੀਤਾ ਹੈ ਉਹ ਹੈ ਤੱਤਾਂ ਦੀ ਆਵਰਤੀ ਵਰਗੀਕਰਨ। ਇਸ ਚੈਪਟਰ ਦੇ 4-5 ਛੋਟੇ ਕੁਐਸਚਨ ਮੈਂ ਲਵਾਂਗੀ ਜਿਨ੍ਹਾਂ 'ਚ ਬੱਚਿਆਂ ਨੂੰ ਅਕਸਰ ਕਨਫਿਊਜ਼ਨ ਰਹਿੰਦੀ ਹੈ। ਔਰ 107 ਸੁਪਰ ਕੁਐਸਚਨਾਂ ਦੇ ਵਿੱਚੋਂ 56th ਕੁਐਸਚਨ ਇਸ ਚੈਪਟਰ ਦਾ ਹੈ। ਹੈਨਰੀ ਮੋਜ਼ਲੇ ਨੇ ਆਧੁਨਿਕ ਆਵਰਤੀ ਸਾਰਣੀ ਤਿਆਰ ਕਰਨ ਲਈ ਕਿਹੜਾ ਮਾਪਦੰਡ ਅਪਣਾਇਆ? ਇੱਥੇ ਮੈਂ ਗੱਲ ਕਲੀਅਰ ਕਰਨਾ ਚਾਹਾਂਗੀ। ਆਧੁਨਿਕ ਆਵਰਤੀ ਸਾਰਣੀ ਦੀ ਆਪਾਂ ਗੱਲ ਕਰ ਰਹੇ ਹਾਂ ਬੇਟਾ। ਆਧੁਨਿਕ ਆਵਰਤੀ ਸਾਰਣੀ ਕਿੰਨੇ ਦਿੱਤੀ ਸੀ? ਇੱਥੋਂ ਸਾਡਾ ਇੱਕ ਕੁਐਸਚਨ ਹੋਰ ਕਵਰ ਹੋ ਗਿਆ। ਹੈਨਰੀ ਮੋਜ਼ਲੇ ਨੇ, ਜਿਹਨੂੰ ਆਪਾਂ ਮਾਡਰਨ ਪੀਰੀਓਡਿਕ ਟੇਬਲ ਵੀ ਕਹਿੰਦੇ ਆ, ਇਹ ਤਿਆਰ ਕੀਤਾ ਸੀ ਹੈਨਰੀ ਮੋਜ਼ਲੇ ਨੇ। ਤੇ ਇਹਦਾ ਮਾਪਦੰਡ ਕੀ ਸੀ? ਇਹਦਾ ਮਾਪਦੰਡ ਸੀ ਬੇਟਾ, ਤੱਤਾਂ ਦੇ ਗੁਣ ਉਹਨਾਂ ਦੇ ਪਰਮਾਣੂ ਅੰਕਾਂ ਦਾ ਆਵਰਤੀ ਫਲਨ ਹੁੰਦੇ ਨੇ। ਇੱਥੇ ਗੱਲ ਕੀਤੀ ਮੈਂ ਪਰਮਾਣੂ ਅੰਕ ਦੀ। ਇੱਥੇ ਮੈਂ ਥੋੜਾ ਜਿਹਾ ਤੁਹਾਨੂੰ ਐਕਸਪਲੇਨ ਕਰਨਾ ਚਾਹੁੰਦੀ ਹਾਂ ਕਿ ਜਿਹੜੀ ਮੈਂਡਲਿਫ ਦੀ ਮੈਂਡਲਿਫ ਦੀ ਆਵਰਤੀ ਸਾਰਣੀ ਸੀ, ਉੱਚ ਤੱਤਾਂ ਦੇ ਗੁਣ ਉਹਨਾਂ ਦੇ ਪਰਮਾਣੂ ਪੁੰਜ ਦਾ ਆਵਰਤੀ ਫਲਨ ਹੁੰਦੇ ਸੀ। ਇਹ ਦੋਨਾਂ 'ਚ ਡਿਫਰੈਂਸ ਵੀ ਕਵਰ ਹੋ ਗਿਆ ਇੱਕ ਪੁਆਇੰਟ। ਹੁਣ ਇਸ ਆਧੁਨਿਕ ਆਵਰਤੀ ਸਾਰਣੀ ਵਿੱਚ ਕਿੰਨੇ ਗਰੁੱਪ ਅਤੇ ਪੀਰੀਅਡ ਹੁੰਦੇ ਨੇ? ਇੱਥੇ ਗੱਲ ਕਰ ਰਹੇ ਹਾਂ ਗਰੁੱਪ ਅਤੇ ਪੀਰੀਅਡ ਦੀ। ਬੇਟਾ ਆਧੁਨਿਕ ਆਵਰਤੀ ਸਾਰਣੀ 'ਚ ਗਰੁੱਪ 18 ਹੁੰਦੇ ਹਨ, ਠੀਕ ਹੈ, ਔਰ ਪੀਰੀਅਡ 7 ਹੁੰਦੇ ਨੇ। ਤੁਸੀਂ ਯਾਦ ਰੱਖ ਸਕਦੇ ਹੋ ਕਿ ਤੁਹਾਡੇ ਸਕੂਲ ਦੇ ਵਿੱਚ ਜਿਹੜੇ ਪੀਰੀਅਡ ਹੁੰਦੇ ਨੇ ਉਹ 8 ਹੁੰਦੇ ਨੇ ਔਰ ਇੱਕ ਘੱਟ ਹੈ 7, ਔਰ ਗਰੁੱਪ 18, ਠੀਕ ਹੈ। ਔਰ ਇੱਥੇ ਮੈਂ ਥੋੜਾ ਜਿਹਾ ਤੁਹਾਨੂੰ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਜਿਹੜੀ ਆਧੁਨਿਕ ਆਵਰਤੀ ਸਾਰਣੀ ਸੀ ਉਹ ਹੈਨਰੀ ਮੋਜ਼ਲੇ ਨੇ ਦਿੱਤੀ ਸੀ, ਔਰ ਉਹਦੇ ਵਿੱਚ ਅੱਜ ਵੀ ਉਹੀ ਹੈ ਜਿੱਤੋਂ ਆਪਾਂ ਸਾਰਾ ਪੀਰੀਓਡਿਕ ਟੇਬਲ ਜਾਂ ਸਾਰੀ ਆਪਾਂ ਐਲੀਮੈਂਟਸ, ਧਾਤਾਂ, ਅਧਾਤਾਂ ਅਤੇ ਜਿਹੜੇ ਵੀ ਟ੍ਰਾਂਜੀਸ਼ਨ ਐਲੀਮੈਂਟਸ ਹੈ ਉਹਨਾਂ ਬਾਰੇ ਜਾਣਦੇ ਹਾਂ। 57th ਕੁਐਸਚਨ ਹੈ, ਆਧੁਨਿਕ ਆਵਰਤੀ ਸਾਰਣੀ ਵਿੱਚ ਪਹਿਲੇ 10 ਤੱਤਾਂ ਵਿੱਚ ਕਿਹੜੀਆਂ ਧਾਤਾਂ ਹਨ? ਨੋਟ ਕੀਤਾ ਜਾਏ ਕਿ ਇੱਥੇ ਪਹਿਲੇ 10 ਤੱਤਾਂ ਵਿੱਚ ਧਾਤਾਂ ਪੁੱਛੀਆਂ, ਧਾਤਾਂ ਯਾਨੀ ਮੈਟਲ। ਕਿਹੜੇ ਮੈਟਲ ਨੇ? ਔਰ ਉੱਤਰ ਸਾਡੇ ਕੋਲ ਹੈ ਲੀਥੀਅਮ, ਹਾਈਡਰੋਜਨ, ਹੀਲੀਅਮ, ਲਿਥੀਅਮ। ਲਿਥੀਅਮ ਜਿਹਦਾ ਐਟੋਮਿਕ ਨੰਬਰ ਪਰਮਾਣੂ ਸੰਖਿਆ 3 ਹੈ। ਹਾਈਡਰੋਜਨ, ਹੀਲੀਅਮ, ਲਿਥੀਅਮ, ਬ੍ਰਿਲੀਅਮ, ਬੋਰਨ। ਬੋਰਨ ਜਿਹਦਾ ਸਾਡੇ ਕੋਲ ਐਟੋਮਿਕ ਨੰਬਰ 4 ਹੈ, ਠੀਕ ਹੈ। ਇਹ ਦੋ ਸਾਡੇ ਕੀ ਹੈ? ਮੈਟਲਸ, ਧਾਤਾਂ ਨੇ। 58th ਕੁਐਸਚਨ ਹੈ, ਕਿਸ ਤੱਤ ਵਿੱਚ 2 ਸ਼ੈਲ ਹਨ ਅਤੇ ਦੋਵੇਂ ਇਲੈਕਟ੍ਰੋਨ ਨਾਲ ਪੂਰੇ ਭਰੇ ਹਨ? ਬੇਟਾ ਇਹ ਦੋ ਕੰਡੀਸ਼ਨਸ ਤੁਹਾਨੂੰ ਦੇ ਦਿੱਤੀਆਂ। 2 ਸ਼ੈਲ, ਤੁਹਾਨੂੰ ਕਿੱਦਾਂ ਪਤਾ ਹੈ ਕਿ ਜਿੱਦਾਂ ਸੈਂਟਰ 'ਚ ਅਸੀਂ ਗੱਲ ਕਰਦੇ ਹਾਂ ਕਿ ਨਿਊਕਲੀਅਸ ਹੈ, ਇਹ ਸਾਡੇ ਕੋਲ ਨਿਊਕਲੀਅਸ ਹੈ ਜਿਹਦੇ 'ਚ ਸਾਡੇ ਕੋਲ ਕੀ ਹੁੰਦੇ ਨੇ? ਪ੍ਰੋਟੋਨ P, ਔਰ ਨਾਲ ਸਾਡੇ ਕੋਲ ਕੀ ਹੁੰਦੇ ਨੇ? ਨਿਊਟਰੋਨ। ਨਿਊਕਲੀਅਸ ਦੇ ਆਲੇ ਦੁਆਲੇ ਕੀ ਹੁੰਦੇ ਨੇ? ਸ਼ੈਲ। ਕੀ ਹੁੰਦੇ ਨੇ? ਸ਼ੈਲ। ਔਰ ਇਹਨਾਂ ਸ਼ੈਲਾਂ 'ਚ ਸਾਡੇ ਕੋਲ ਕੀ ਘੁੰਮਦੇ ਨੇ? ਇਲੈਕਟ੍ਰੋਨਸ। ਆ ਦੇਖੋ ਮੈਂ ਇਲੈਕਟ੍ਰੋਨ ਬਣਾਇਆ। ਤੇ ਇੱਥੇ ਆਪਾਂ ਗੱਲ ਕਰਾਂਗੇ ਕਿ ਆ ਜੋ ਪੁੱਛਿਆ ਗਿਆ ਤੁਹਾਨੂੰ ਕਿ 2 ਸ਼ੈਲ ਕਿਹਦੇ ਵਿੱਚ ਹਨ ਅਤੇ ਦੋਵੇਂ ਇਲੈਕਟ੍ਰੋਨ ਨਾਲ ਭਰੇ ਹਨ। ਇੱਥੇ ਨਿਓਨ ਦੀ ਗੱਲ ਕੀਤੀ ਹੈ, ਜਿਹਦੇ ਆ ਪਹਿਲੇ ਸ਼ੈਲ ਵਿੱਚ, ਜਿਹਨੂੰ ਆਪਾਂ ਐਸ ਆਰਬਿਟਲ ਵੀ ਕਹਿੰਦੇ ਆ, ਉਹ 'ਚ 2 ਇਲੈਕਟ੍ਰੋਨ ਹੈ। ਔਰ ਤੁਹਾਨੂੰ ਪਤਾ ਹੈ ਕਿ ਐਸ ਆਰਬਿਟਲ 'ਚ ਮੈਕਸਿਮਮ ਸਿਰਫ 2 ਇਲੈਕਟ੍ਰੋਨ ਆ ਸਕਦੇ ਨੇ, ਔਰ ਅਗਲੇ 'ਚ 8, ਜਿਹਨੂੰ ਆਪਾਂ ਕਹਿੰਦੇ ਕਿ ਇਹਦਾ ਆਕਟੇਟ ਕੰਪਲੀਟ ਹੈ। ਕਿਸ ਤੱਤ ਵਿੱਚ ਇਲੈਕਟ੍ਰੋਨਿਕ ਤਰਤੀਬ 282 ਹੈ? ਬੇਟਾ ਇਲੈਕਟ੍ਰੋਨਿਕ ਤਰਤੀਬ ਇਤੋਂ, ਜਿਹਨੂੰ ਆਪਾਂ ਇਲੈਕਟ੍ਰੋਨਿਕ ਕਨਫਿਗਰੇਸ਼ਨ ਕਹਿੰਦੇ ਆ, ਇਹ ਤੋਂ ਪਤਾ ਕਰਨੀ ਬਹੁਤ ਸੌਖੀ ਹੈ। ਅਸੀਂ 2 + 8 + 2 ਕਰ ਦਾਂਗੇ। 2 + 8 + 2 12, ਔਰ 12 ਸਾਨੂੰ ਪਤਾ ਹੈ ਕਿ 12 ਕਿਹਦਾ ਐਟੋਮਿਕ ਨੰਬਰ ਹੈ? ਮੈਗਨੀਸ਼ੀਅਮ ਦਾ। 11 ਹੈ ਸੋਡੀਅਮ ਦਾ। 10 ਅਸੀਂ ਉੱਤੇ ਡਿਸਕਸ ਕਰ ਚੁੱਕੇ ਹਾਂ, 8 + 2 10। 10 ਕਿਹਦਾ ਹੈ? ਨਿਓਨ ਦਾ, ਠੀਕ ਹੈ। ਕਿਸ ਤੱਤ ਵਿੱਚ ਇਲੈਕਟ੍ਰੋਨਿਕ ਤਰਤੀਬ 282 ਹੈ? ਤੱਤ ਦਾ ਪਰਮਾਣੂ ਅੰਕ ਕਿੱਦਾਂ ਪਤਾ ਕਰਾਂਗੇ? ਬੇਟਾ ਇਹ ਕਿਸੇ ਲਈ ਵੀ ਤੁਹਾਨੂੰ ਆ ਸਕਦੀ ਹੈ, ਜਿੱਦਾਂ ਕਲੋਰੀਨ ਲਈ ਆਵੇ ਤਾਂ ਉੱਥੇ 287 ਹੈ। 8 + 2 10 + 7 17। ਤੇ ਤੁਹਾਨੂੰ ਇਲੈਕਟ੍ਰੋਨਿਕ ਤਰਤੀਬ ਤੋਂ ਪਤਾ ਲੱਗ ਗਿਆ ਕਿ ਜਿਹੜਾ ਤੱਤ ਹੈ ਜਾਂ ਜੋ ਵੀ ਸਾਨੂੰ ਦਿੱਤਾ ਉਹ ਕਲੋਰੀਨ ਹੈ। ਅੱਗੇ ਬਹੁਤ ਇੰਪੋਰਟੈਂਟ ਕੁਐਸਚਨ ਹੈ 60 ਤੇ 61। ਕਿਸੇ ਗਰੁੱਪ ਵਿੱਚ ਉੱਪਰ ਤੋਂ ਹੇਠਾਂ ਵੱਲ ਜਾਂਦੇ ਸਮੇਂ ਤੱਤਾਂ ਦੇ 3 ਚੀਜ਼ਾਂ ਪੁੱਛੀਆਂ ਗਈਆਂ: ਧਾਤਵੀ ਸੁਭਾਅ, ਪਰਮਾਣੂ ਆਕਾਰ ਅਤੇ ਸੰਯੋਜਕਤਾ। ਜਦੋਂ ਆਪਾਂ ਕਿਸੇ ਗਰੁੱਪ ਦੇ ਉੱਪਰ ਤੋਂ ਥੱਲੇ ਜਾਂਦੇ ਹਾਂ, ਯਾਨੀ ਆਧੁਨਿਕ ਆਵਰਤੀ ਦਾ ਸਾਰਣੀ ਜੋ ਹੈਨਰੀ ਮੋਜ਼ਲੇ ਨੇ ਦਿੱਤੀ, ਉਹਦੇ ਅਸੀਂ ਗਰੁੱਪ ਦੀ ਗੱਲ ਕਰ ਰਹੇ ਹਾਂ। ਤੇ ਜਿਹੜਾ ਤੱਤਾਂ ਦਾ ਧਾਤਵੀ ਸੁਭਾਅ, ਜਿਹਨੂੰ ਆਪਾਂ ਇੰਗਲਿਸ਼ 'ਚ ਮੈਟੈਲਿਕ ਕਰੈਕਟਰ ਕਹਿੰਦੇ ਆ, ਪਰਮਾਣੂ ਆਕਾਰ ਜਿਹਨੂੰ ਆਪਾਂ ਸਾਈਜ਼ ਕਹਿੰਦੇ ਆ, ਤੇ ਸੰਯੋਜਕਤਾ ਵਿੱਚ ਕੀ ਪ੍ਰਭਾਵ ਹੁੰਦਾ ਹੈ?
बेटा अगर तुसी कंपैरिजन ना करोगे तो तुहानू बहुत छेती याद आएगा। 60वें क्वेश्चन च आपां ग्रुप पुछया है, जबकि 61वें क्वेश्चन च आपां पीरीयड पुछया है। तुहानू पता है जो आपां उपर तो हेठा जाने आ तो ग्रुप की गल करदे आ, जो आपां खब्बे तो सज्जे जाने आ ते आपां पीरीयड की गल करदे हां। ग्रुप विच जिहड़ा धातवी सुभाਅ है, मटैलिक करैक्टर है, वो वधदा है, जबकि पीरीयड विच मटैलिक करैक्टर घटदा है। बेटा कंपैरिजन ना याद करोगे तो बहुत जल्दी याद रहेगा तुहानू। जबकि ग्रुप विच परमाणु आकार वधदा है और ਇੱਥੇ ਸਾਡੇ ਕੋ ਪੀਰੀਅਡ ਵਿੱਚ ਪਰਮਾਣੂ ਆਕਾਰ ਘਟਦਾ ਹੈ। ਸੰਯੋਜਕਤਾ ਗਰੁੱਪ ਵਿੱਚ ਕੀ ਰਹਿੰਦੀ ਹੈ? ਸਮਾਨ, ਤੇ ਪੀਰੀਅਡ ਵਿੱਚ ਸੰਯੋਜਕਤਾ ਪਹਿਲੇ ਵੱਧ ਕੇ 4 ਹੋ ਕੇ ਫਿਰ ਘਟਣਾ ਸ਼ੁਰੂ ਹੋ ਜਾਂਦੀ ਹੈ ਅਤੇ ਘਟ ਕੇ 0 ਹੋ ਜਾਂਦੀ ਹੈ। ਜੇ ਮੈਂ ਇਹਨਾਂ ਦੇ ਤੁਹਾਨੂੰ ਐਕਸਪਲੇਨ ਕਰਾਂ ਤੇ ਉਹ ਕਾਫੀ ਟਾਈਮ ਲੱਗ ਜਾਏਗਾ, ਪਰ ਤੁਸੀਂ ਇਹ ਗੋ ਥਰੂ ਆਪਣੀ ਬੁੱਕਸ ਤੋਂ ਹੋ ਜਾਓ ਕਿ ਰੀਜ਼ਨ ਕੀ ਹੈ ਇਹਨਾਂ ਪਿੱਛੇ। ਪਰਮਾਣੂ ਆਕਾਰ ਦਾ ਤਾਂ ਜਿੱਦਾਂ ਵੱਧਦਾ ਪਤਾ ਹੈ ਕਿ ਜਿੱਦਾਂ ਆਪਾਂ ਹੇਠਾਂ ਤੋਂ ਉੱਪਰੋਂ ਹੇਠਾਂ ਆਉਂਦੇ ਆ ਤਾਂ ਸ਼ੈੱਲ ਵਧੀ ਜਾ ਰਹੇ ਹੈ, ਸ਼ੈੱਲ ਵਧੀ ਜਾ ਰਹੇ ਹੈ ਤਾਂ ਪਰਮਾਣੂ ਆਕਾਰ ਵਧੇਗਾ। ਪਰ ਜਿਹੜੀ ਬਾਹਰਲੇ ਸ਼ੈੱਲ ਹੈ ਉਹਦੇ ਵਿੱਚ ਇਲੈਕਟ੍ਰੋਨਿਕ ਜਿਹੜੇ ਇਲੈਕਟ੍ਰੋਨਸ ਆ ਸੇਮ ਰਹਿੰਦੇ ਹੈ, ਇਸ ਲਈ ਸੰਯੋਜਕਤਾ ਸਮਾਨ ਰਹਿੰਦੀ ਹੈ। ਜਦ ਕਿ ਪਰਮਾਣੂ ਆਕਾਰ ਜਦੋਂ ਆਪਾਂ ਖੱਬੇ ਤੋਂ ਸੱਜੇ ਜਾਂਦੇ ਆ ਉਹ ਘਟਦਾ ਹੈ। ਕਿਉਂ? ਕਿਉਂਕਿ ਇਲੈਕਟ੍ਰੋਨ ਇੱਕੋ ਹੀ ਸ਼ੈੱਲ ਵਿੱਚ ਐਂਟਰ ਕਰ ਰਹੇ ਹਨ, ਜਿਹਦੇ ਕਰਕੇ ਉਹ ਨਿਊਕਲੀਅਸ ਦੇ ਵੱਲ ਜ਼ਿਆਦਾ ਖਿੱਚੇ ਜਾ ਰਹੇ ਹਨ ਤੇ ਪਰਮਾਣੂ ਆਕਾਰ ਘਟ ਜਾਂਦਾ ਹੈ। ਇਹੀ ਕੁਐਸਚਨ ਮੈਂ ਉੱਪਰ ਡਿਸਕਸ ਕੀਤਾ ਸੀ, ਕੁਐਸਚਨ ਨੰਬਰ 62, ਕਿ ਇੱਕ ਪਰਮਾਣੂ ਦੀ ਇਲੈਕਟ੍ਰੋਨਿਕ ਤਰਤੀਬ 2 8 7 ਹੈ ਤਾਂ ਉਹਦਾ ਪਰਮਾਣੂ ਅੰਕ ਕਿੰਨਾ ਹੋਏਗਾ? ਇਹ ਆਪਾਂ ਐਕਸਪਲੇਨ ਕਰ ਚੁੱਕੇ ਹਾਂ, 2 + 8 + 7 17, ਔਰ ਇਹ ਮੈਂ ਉੱਤੇ ਐਗਜ਼ਾਮਪਲ ਦਿੱਤੀ ਤੁਹਾਨੂੰ ਕਿ ਉਹ ਕਲੋਰੀਨ ਹੋਏਗਾ। ਮੈਂ ਬੇਟਾ ਇਹ ਚੈਪਟਰ ਲਿਆ ਕਿਉਂਕਿ ਇਹਦੇ ਵਿੱਚ ਬਹੁਤ ਜ਼ਿਆਦਾ ਕਨਫਿਊਜ਼ਨ ਹੁੰਦੀ ਹੈ। ਤੁਸੀਂ ਇਹਨਾਂ ਦੇ ਕੁਐਸਚਨਾਂ ਨੂੰ ਲਿਖ ਕੇ ਕਰੋ ਅਤੇ ਰਿਵਾਈਜ਼ ਕਰੋ। ਅਗਲੇ ਜਿਹੜੇ ਲੈਕਚਰ 'ਚ ਮੈਂ ਇਹਦੇ ਅਗਲੇ ਕੁਐਸਚਨ ਲਵਾਂਗੀ। ਥੈਂਕ ਯੂ ਸੋ ਮਚ।